केंद्र सरकार ने सिख जथे ਨੂੰ ਵਿਸਾਖੀ मौके पाकिस्तान जाने की इजाजत दे दी है। दिल्ली सरकार ने हाल ही ਦੇ ਵਿੱਚ सूबे 'ਚ शराब पीण ਦੀ कानूनी उम्र यानी कि लीगल एज ऑफ ड्रिंकिंग ਨੂੰ 25 साल तो घटा के 21 साल कर दिता है। नमस्कार, आदाब, सत श्री अकाल। मैं इम्तियाज बराड़ ਅਤੇ ਅੱਜ ਦੇ ਮੁੱਦੇ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦਾ ਸਭ ਤੋਂ ਅਹਿਮ ਮੁੱਦਾ ਇਹ ਹੈ ਕਿ ਕੇਂਦਰ ਸਰਕਾਰ ਨੇ ਸਿੱਖ ਜਥੇ ਨੂੰ ਵਿਸਾਖੀ ਮੌਕੇ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤੇਗਾ। ਕੇਂਦਰ ਸਰਕਾਰ ਨੇ ਸਿੱਖ ਜਥੇ ਨੂੰ ਵਿਸਾਖੀ ਮੌਕੇ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਹੈ। ਇਹ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤ ਆਵੇਗਾ। 12 ਅਪ੍ਰੈਲ ਤੋਂ 21 ਅਪ੍ਰੈਲ ਤੱਕ ਇਹ ਜਥਾ ਦੌਰੇ ਤੇ ਰਹੇਗਾ। 14 ਅਪ੍ਰੈਲ ਨੂੰ ਇਹ ਜਥਾ ਪੰਜਾ ਸਾਹਿਬ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮ ਦੇ ਵਿੱਚ ਹਿੱਸਾ ਲਵੇਗਾ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਸਿੱਖ ਸੰਗਤਾਂ ਦੇ ਵਿਸ਼ੇਸ਼ ਜਥੇ ਨੂੰ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਸੀ। ਕੇਂਦਰ ਸਰਕਾਰ ਨੇ ਹੁਣ ਕੁਝ ਵਿਸ਼ੇਸ਼ ਸ਼ਰਤਾਂ ਦੇ ਨਾਲ ਇਹ ਇਜਾਜ਼ਤ ਦਿੱਤੀ ਹੈ, ਜਿੱਥੇ ਕਿ ਗ੍ਰਹਿ ਮੰਤਰਾਲਾ ਮੁਤਾਬਿਕ ਸਿੱਖ ਜਥੇ ਨੂੰ ਕੁਝ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨੀ ਹੋਏਗੀ। ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਜਥਾ ਵਿਸਾਖੀ ਮੌਕੇ ਪਾਕਿਸਤਾਨ ਜਾਵੇਗਾ। ਇਹ ਸਾਡੀ ਪੱਕੀ ਇਜਾਜ਼ਤ ਹੈ। ਸਾਨੂੰ ਕੇਂਦਰ ਸਰਕਾਰ ਨੇ ਇਜਾਜ਼ਤ ਦਿੱਤੀ ਹੈ, ਜਿਸ ਦੀ ਕਿ ਸਾਨੂੰ ਬੇहद ਖੁਸ਼ੀ ਤੇ ਸਿੱਖ ਸੰਗਤਾਂ ਨੂੰ ਮੈਂ ਵਧਾਈ ਵੀ ਦਿੰਦੀ ਹਾਂ। ਪਰੰਤੂ ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਸਾਨੂੰ ਇਸ ਗੱਲ ਦਾ ਬੇहद ਦੁੱਖ ਹੈ ਕਿ ਕੇਂਦਰ ਸਰਕਾਰ ਨੇ ਸਾਨੂੰ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਨਹੀਂ ਜਾਣ ਦਿੱਤਾ। ਹੁਣ ਵੀ ਤਾਂ ਕੋਰੋਨਾ ਹੈ, ਹਾਲਾਤ ਪਹਿਲਾਂ ਤੋਂ ਵੀ ਜ਼ਿਆਦਾ ਖਰਾਬ ਨੇ। ਅਕਤੂਬਰ ਵਿੱਚ ਜਦੋਂ ਸਾਡਾ ਜਥਾ ਗਿਆ ਸੀ ਉਦੋਂ ਵੀ ਕੋਰੋਨਾ ਸੀ, ਪਰ ਵਿਸ਼ੇਸ਼ ਜਥਾ ਜਾਣ ਮੌਕੇ ਕੇਂਦਰ ਸਰਕਾਰ ਨੇ ਅੜਿੱਕਾ ਲਾਇਆ ਸੀ ਅਤੇ ਜਥੇ ਨੂੰ ਜਾਣ ਤੋਂ ਰੋਕ ਦਿੱਤਾ ਸੀ। ਪਰ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਕੁਝ ਸ਼ਰਤਾਂ ਜਾਰੀ ਕੀਤੀਆਂ ਨੇ, ਜਿੱਥੇ ਕਿ ਉਹਨਾਂ ਨੇ ਕਿਹਾ ਹੈ ਕਿ ਜਥੇ ਦਾ ਕੋਈ ਵੀ ਮੈਂਬਰ ਪਾਕਿਸਤਾਨ 'ਚ ਕਿਸੇ ਦੇ ਵਿਸ਼ੇਸ਼ ਪ੍ਰਾਹੁਣਾਚਾਰੀ ਸੱਦੇ ਨੂੰ ਸਵੀਕਾਰ ਨਹੀਂ ਕਰੇਗਾ। ਜਥੇ ਦੇ ਮੈਂਬਰਾਂ ਦੀ ਚੋਣ ਪੰਜਾਬ ਪੁਲਿਸ CID ਤੋਂ ਸੁਰੱਖਿਆ ਜਾਂ ਫਿਰ ਖੂਫੀਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ ਤੇ ਹੀ ਕੀਤੀ ਜਾਵੇਗੀ। ਸਿਰਫ ਉਹਨਾਂ ਸ਼ਰਧਾਲੂਆਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਸੰਬੰਧਿਤ ਰਾਜ ਸਰਕਾਰ ਮਨਜ਼ੂਰੀ ਦੇ ਦੇਵੇਗੀ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਨੂੰ 26 ਮਾਰਚ ਤੱਕ ਸ਼ਰਧਾਲੂਆਂ ਦੀ ਸੂਚੀ ਭੇਜਣ ਦੇ ਲਈ ਕਿਹਾ ਗਿਆ ਹੈ। ਅਤੇ ਇਸ ਤੋਂ ਇਲਾਵਾ ਇਹ ਹੋਵੇਗਾ ਪਾਕਿਸਤਾਨ ਦੇ ਵਿੱਚ ਪ੍ਰੋਗਰਾਮ ਕੀ ਹੋਏਗਾ ਕਿ ਗ੍ਰਹਿ ਮੰਤਰਾਲੇ ਨੇ ਇਸ ਯਾਤਰਾ ਦਾ ਪ੍ਰੋਗਰਾਮ ਮੁੱਖ ਸਕੱਤਰ ਪੰਜਾਬ ਨੂੰ ਭੇਜਿਆ ਹੈ। ਇਸ ਦੇ ਤਹਿਤ 12 ਅਪ੍ਰੈਲ ਨੂੰ ਇਹ ਜਥਾ ਵਾਘਾ ਸਰਹੱਦ ਦੇ ਰਸਤੇ ਪੈਦਲ ਪਾਕਿਸਤਾਨ ਦੇ ਵਿੱਚ ਦਾਖਲ ਹੋਵੇਗਾ। ਉੱਥੋਂ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਵਿਖੇ ਜਾਵੇਗਾ। ਜਥਾ 13 ਅਪ੍ਰੈਲ ਨੂੰ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਵਿਖੇ ਰੁਕੇਗਾ ਅਤੇ ਉੱਥੋਂ ਵਲੀ ਕੰਧਾਰੀ ਗੁਫਾ ਵੱਲ ਜਾਵੇਗਾ। ਵਿਸਾਖੀ ਦੇ ਤਿਉਹਾਰ ਦਾ ਮੁੱਖ ਸਮਾਗਮ 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਹੋਵੇਗਾ। ਇਸ ਤੋਂ ਬਾਅਦ ਸਿੱਖ ਸੰਗਤ ਦਾ ਜਥਾ ਸ਼੍ਰੀ ਨਨਕਾਣਾ ਸਾਹਿਬ ਦੇ ਲਈ ਰਵਾਨਾ ਹੋ ਜਾਵੇਗਾ। ਜਥਾ 15 ਅਪ੍ਰੈਲ ਨੂੰ ਸ਼੍ਰੀ ਨਨਕਾਣਾ ਸਾਹਿਬ ਵਿਖੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਗੁਰਦੁਆਰਾ ਸ਼੍ਰੀ ਸੱਚਾ ਸੌਦਾ ਫਰੂਖਾਬਾਦ ਪਾਕਿਸਤਾਨ ਦਾ ਦੌਰਾ ਕਰਨ ਤੋਂ ਬਾਅਦ 16 ਅਪ੍ਰੈਲ ਨੂੰ ਸ਼੍ਰੀ ਨਨਕਾਣਾ ਸਾਹਿਬ ਵਿਖੇ ਵਾਪਸ ਆ ਜਾਵੇਗਾ। 17 ਅਪ੍ਰੈਲ ਨੂੰ ਇਹ ਜਥਾ ਸ਼੍ਰੀ ਨਨਕਾਣਾ ਸਾਹਿਬ ਤੋਂ ਲਾਹੌਰ ਦੇ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਤੱਕ ਸੜਕ ਰਾਹੀਂ ਚਲਾ ਜਾਵੇਗਾ। ਸ਼੍ਰੀ ਨਨਕਾਣਾ ਸਾਹਿਬ ਵਿੱਚ 18 ਅਪ੍ਰੈਲ ਤੱਕ ਠਹਿਰਨ ਤੋਂ ਬਾਅਦ ਜਥਾ 19 ਅਪ੍ਰੈਲ ਨੂੰ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਕਰਤਾਰਪੁਰ ਪਹੁੰਚੇਗਾ ਅਤੇ ਇੱਥੇ ਹੀ ਰਾਤ ਨੂੰ ਆਰਾਮ ਕਰੇਗਾ। ਇਹ ਜਥਾ 20 ਅਪ੍ਰੈਲ ਨੂੰ ਗੁਰਦੁਆਰਾ ਸ਼੍ਰੀ ਰੋੜੀ ਸਾਹਿਬ ਐਮੀਨਾਬਾਦ ਦੇ ਵਿੱਚ ਦਰਸ਼ਨ ਕਰਨ ਤੋਂ ਬਾਅਦ ਲਾਹੌਰ ਵਾਪਸ ਪਰਤਾਵੇਗਾ। ਜਥਾ 21 ਅਪ੍ਰੈਲ ਤੱਕ ਲਾਹੌਰ ਦੇ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਵਿਖੇ ਠਹਿਰਨ ਤੋਂ ਬਾਅਦ ਵਾਘਾ ਸਰਹੱਦ ਰਾਹੀਂ 22 ਅਪ੍ਰੈਲ ਨੂੰ ਭਾਰਤ ਦੇ ਵਿੱਚ ਵਾਪਸ ਆ ਜਾਵੇਗਾ। ਅਤੇ ਇਸ ਦੇ ਨਾਲ ਹੀ ਦਿੱਲੀ ਸਰਕਾਰ ਨੇ ਹਾਲ ਹੀ ਦੇ ਵਿੱਚ ਸੂਬੇ 'ਚ ਸ਼ਰਾਬ ਪੀਣ ਦੀ ਕਾਨੂੰਨੀ ਉਮਰ ਯਾਨੀ ਕਿ ਲੀਗਲ ਏਜ ਆਫ ਡਰਿੰਕਿੰਗ ਨੂੰ 25 ਸਾਲ ਤੋਂ ਘਟਾ ਕੇ 21 ਸਾਲ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਲਈ 21 ਸਾਲ ਉਮਰ ਕਾਫੀ ਹੈ। ਸਰਕਾਰ ਦੇ ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਸਰਕਾਰ ਸ਼ਰਾਬ ਦੀ ਨਵੀਂ ਦੁਕਾਨ ਖੁਦ ਨਹੀਂ ਖੋਲੇਗੀ ਅਤੇ ਨਾ ਹੀ ਇਹਨਾਂ ਦੁਕਾਨਾਂ ਦਾ ਸੰਚਾਲਨ ਕਰੇਗੀ। ਸਿਸੋਦੀਆ ਨੇ ਕਿਹਾ ਹੈ ਕਿ ਸਰਕਾਰ ਦਾ ਕੰਮ ਸ਼ਰਾਬ ਵੇਚਣਾ ਯਾਨੀ ਕਿ ਸੇਲ ਆਫ ਲਿਕਰ ਨਹੀਂ ਹੈ। ਹਾਲਾਂਕਿ ਮੌਜੂਦਾ ਸਮੇਂ ਵਿੱਚ 60% ਸ਼ਰਾਬਾਂ ਦੀ ਦੁਕਾਨਾਂ ਦਾ ਲਿਕਰ ਸ਼ਾਪਸ ਯਾਨੀ ਕਿ ਖੁਦ ਦਿੱਲੀ ਸਰਕਾਰ ਜੋ ਹੈ ਉਹ ਖੁਦ ਚਲਾ ਰਹੀ ਹੈ, ਜਦਕਿ ਯੂਪੀ 'ਚ ਸ਼ਰਾਬ ਦੀ ਖਪਤ ਸਿਰਫ 5% ਹੁੰਦੀ ਹੈ। ਉਮਰ ਘਟਾਉਣ ਦੀ ਕਵਾਇਦ ਦੇ ਨਾਲ ਦਿੱਲੀ ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਸੂਬੇ ਦੇ ਮਾਲੀਏ ਦੇ ਵਿੱਚ 20% ਦਾ ਵਾਧਾ ਹੋਵੇਗਾ। ਸਰਕਾਰ ਸ਼ਰਾਬ ਦੀ ਐਕਸਾਈਜ਼ ਡਿਊਟੀ ਤੋਂ ਸਾਲਾਨਾ 6000 ਕਰੋੜ ਰੁਪਏ ਕਮਾਉਂਦੀ ਹੈ। ਹਾਲਾਂਕਿ ਸ਼ਰਾਬ ਦੀ ਖਪਤ ਨੂੰ ਵਧਾਉਣ ਦੇ ਲਈ ਘੱਟੋ-ਘੱਟ ਉਮਰ ਘਟਾਉਣ ਨਾਲ ਐਕਸਾਈਜ਼ ਡਿਊਟੀ ਵਧੇਗੀ, ਇਸ ਦੀ ਪੂਰੀ ਗਾਰੰਟੀ ਨਹੀਂ ਹੈ। ਇਸ ਸਮੇਂ ਦਿੱਲੀ ਸਰਕਾਰ ਨੂੰ ਐਕਸਾਈਜ਼ ਡਿਊਟੀ ਤੋਂ ਕੁੱਲ ਆਮਦਨ ਦਾ 12% ਮਿਲਦਾ ਹੈ। ਕਈ ਹੋਰ ਸੂਬਿਆਂ ਦੇ ਅੰਕੜਿਆਂ ਤੋਂ ਇਹ ਸਪਸ਼ਟ ਹੈ ਕਿ ਸ਼ਰਾਬ ਪੀਣ ਦੀ ਉਮਰ ਘਟਣ ਕਾਰਨ ਸੂਬਿਆਂ ਦਾ ਮਾਲੀਆ ਨਹੀਂ ਵਧਿਆ ਹੈ। ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਵਿੱਚ ਘੱਟੋ-ਘੱਟ ਸ਼ਰਾਬ ਪੀਣ ਦੀ ਉਮਰ 21 ਸਾਲ ਹੈ। ਤਾਮਿਲਨਾਡੂ ਨੂੰ ਇਸ ਤੋਂ 15% ਦੀ ਮਾਲੀਆ ਪ੍ਰਾਪਤ ਹੁੰਦਾ ਹੈ, ਜਦਕਿ ਯੂਪੀ ਨੂੰ 7% ਦੀ ਮਾਲੀਆ ਹਾਸਲ ਹੁੰਦਾ ਹੈ। ਹਾਲਾਂਕਿ ਯੂਪੀ ਅਤੇ ਤਾਮਿਲਨਾਡੂ ਦੇ ਵਿੱਚ ਸ਼ਰਾਬ ਪੀਣ ਦੀ ਉਮਰ ਇੱਕ ਹੀ ਹੈ, ਮਤਲਬ ਕਿ 21 ਸਾਲ। ਤਾਮਿਲਨਾਡੂ 'ਚ ਸ਼ਰਾਬ ਦੀ ਖਪਤ ਦੇਸ਼ ਦੀ ਕੁੱਲ ਖਪਤ ਦਾ 13% ਹੈ, ਜਦਕਿ ਸਭ ਤੋਂ ਵੱਡਾ ਸੂਬਾ ਹੋਣ ਦੇ ਬਾਵਜੂਦ ਯੂਪੀ 'ਚ ਸ਼ਰਾਬ ਦੀ ਖਪਤ ਸਿਰਫ 5% ਹੈ। ਪਰੰਤੂ ਇੱਥੇ ਕੇਰਲ ਅਤੇ ਰਾਜਸਥਾਨ 'ਚ ਸਾਰੀ ਦੀ ਸਾਰੀ ਕਹਾਣੀ ਹੀ ਵੱਖਰੀ ਹੈ।
ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਸ਼ਰਾਬ ਪੀਣ ਦੀ ਕਾਨੂੰਨੀ ਉਮਰ ਨੂੰ ਘਟਾਉਣ ਦੇ ਨਾਲ ਸ਼ਰਾਬ ਦੀ ਖਪਤ ਅਤੇ ਆਮਦਨੀ ਵੱਧ ਜਾਵੇਗੀ। ਰਾਜਸਥਾਨ 'ਚ ਸ਼ਰਾਬ ਪੀਣ ਦੀ ਕਾਨੂੰਨੀ ਉਮਰ ਸਿਰਫ 18 ਸਾਲ ਹੈ, ਪਰ ਇੱਥੇ ਦੇਸ਼ ਦੀ ਕੁੱਲ 2% ਦੀ ਸ਼ਰਾਬ ਦੀ ਖਪਤ ਹੁੰਦੀ ਹੈ, ਜਦਕਿ ਸੂਬਾ ਸਰਕਾਰ ਨੂੰ ਸ਼ਰਾਬ ਤੋਂ ਹੋਣ ਵਾਲੀ ਕੁੱਲ ਆਮਦਨ ਦਾ ਸਿਰਫ 4% ਹੀ ਮਿਲਦਾ ਹੈ। ਦੂਸਰੇ ਪਾਸੇ ਕੇਰਲ 'ਚ ਕਾਨੂੰਨੀ ਤੌਰ ਤੇ ਸ਼ਰਾਬ ਪੀਣ ਦੀ ਜੋ ਉਮਰ ਹੈ ਉਹ 23 ਸਾਲ ਹੈ, ਪਰ ਸੂਬਾ ਸਰਕਾਰ ਸ਼ਰਾਬ ਤੋਂ 15% ਦੀ ਮਾਲੀਆ ਹਾਸਲ ਕਰਦੀ ਹੈ। ਅਤੇ ਚਲੋ ਹੁਣ ਜੇਕਰ ਗੱਲ ਅਲਕੋਹਲ ਦੇ ਸੇਵਨ ਕਰਨ ਦੀ ਉਮਰ ਦੀ ਗੱਲ ਚੱਲ ਹੀ ਰਹੀ ਹੈ ਤਾਂ ਜਾਂਦੇ ਜਾਂਦੇ ਇਸ ਗੱਲ ਦੇ ਉੱਪਰ ਵੀ ਜ਼ਰਾ ਗੌਰ ਕਰ ਲੈਂਦੇ ਆ ਕਿ ਕਿਹੜੇ ਸੂਬੇ ਦੇ ਵਿੱਚ ਸ਼ਰਾਬ ਪੀਣ ਦੀ ਕਿੰਨੀ ਉਮਰ ਕਾਨੂੰਨੀ ਤੌਰ ਤੇ ਕਹੀ ਗਈ ਹੈ। ਰਾਜਸਥਾਨ ਦੇ ਵਿੱਚ 18 ਸਾਲ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ 18 ਸਾਲ, ਅੰਡੇਮਾਨ ਨਿਕੋਬਾਰ ਦੇ ਵਿੱਚ 18 ਸਾਲ, ਪੁੰਡੂਚੇਰੀ 'ਚ 18 ਸਾਲ, ਸਿੱਕਿਮ ਦੇ ਵਿੱਚ 18 ਸਾਲ, ਮਿਜ਼ੋਰਮ ਦੇ ਵਿੱਚ 18 ਸਾਲ, ਕੇਰਲਾ ਦੇ ਵਿੱਚ 23 ਸਾਲ, ਪੰਜਾਬ ਦੇ ਵਿੱਚ 25 ਸਾਲ, ਹਰਿਆਣਾ ਦੇ ਵਿੱਚ 25 ਸਾਲ, ਚੰਡੀਗੜ੍ਹ ਦੇ ਵਿੱਚ 25 ਸਾਲ, ਮਹਾਰਾਸ਼ਟਰ ਦੇ ਵਿੱਚ 25 ਸਾਲ, यूपी 'ਚ 21 ਸਾਲ, ਜਦਕਿ ਤਾਮਿਲਨਾਡੂ ਦੇ ਵਿੱਚ 21 ਸਾਲ ਦੱਸੀ ਗਈ ਹੈ। ਜਦਕਿ ਬਿਹਾਰ, ਗੁਜਰਾਤ, ਮਨੀਪੁਰ, ਨਾਗਾਲੈਂਡ, ਲਕਸ਼ਦੀਪ ਆਦਿ ਸੂਬਿਆਂ ਦੇ ਵਿੱਚ ਸ਼ਰਾਬ ਦੀ ਮਨਾਹੀ ਹੈ, ਮਤਲਬ ਕਿ ਉਹਨਾਂ ਨੂੰ ਡਰਾਈ ਸਟੇਟ ਦਾ ਦਰਜਾ ਦਿੱਤਾ ਗਿਆ ਹੈ। ਤਾਂ ਹੁਣ ਇੱਥੇ ਇਹ ਖਾਸ ਤੌਰ ਤੇ ਧਿਆਨ ਦੇਣ ਯੋਗ ਗੱਲ ਹੈ ਕਿ ਨਸ਼ਾ ਘਟਾਉਣ ਦੇ ਲਈ ਕਲਿਆਣਕਾਰੀ ਰਾਸ਼ਟਰ ਦੇ ਵਜੂਦ ਨੂੰ ਕੀ ਇਸ ਦੇ ਨਾਲ ਕੋਈ ਫਰਕ ਨਹੀਂ ਪਵੇਗਾ, ਅਤੇ ਜੇਕਰ ਪਵੇਗਾ ਤਾਂ ਕੀ ਪਵੇਗਾ। ਅੱਜ ਦੇ ਮੁੱਦੇ ਦੇ ਵਿੱਚ ਬਸ ਇੰਨਾ ਹੀ। ਇਮਤਿਆਜ਼ ਬਰਾੜ ਨੂੰ ਦਿਓ ਇਜਾਜ਼ਤ।